एक 5 अप्रैल ਨੂੰ ਇਨਫੋਰਮੇਸ਼ਨ ਆਈ ਸੀ ਕਿ ਪਿੰਦੇ ਨਾਮ ਦੇ ਬੰਦੇ ਦਾ ਇੱਕ ਮਰਡਰ ਹੋ ਗਿਆ ਯੂਨੀਵਰਸਿਟੀ ਦੇ ਕੋਲ। ਉਸ ਦੀ ਤਫਤੀਸ਼ ਵਾਸਤੇ ਐਸਪੀ ਸਿਟੀ, ਡੀਐਸਪੀ ਡੀ, ਡੀਐਸਪੀ ਸਿਟੀ 2, ਇੰਚਾਰਜ ਸੀਆਈਏ ਤੇ ਐਸਐਚਓ ਇਹਨਾਂ ਦੀਆਂ ਅਲੱਗ-ਅਲੱਗ ਟੀਮਸ ਦਾ ਗਠਨ ਕੀਤਾ ਗਿਆ ਸੀ ਤੇ ਇਹਨਾਂ ਵੱਲੋਂ ਇਹਦੇ ਵਿੱਚ 7 ਬੰਦੇ ਟੋਟਲ ਜਿਹੜੇ ਇਸ ਕ੍ਰਾਈਮ ਨਾਲ ਕਨੈਕਟਡ ਸੀਗੇ ਉਹ ਅਰੈਸਟ ਕੀਤੇ ਗਏ। 4 ਬੰਦੇ ਜਿਹੜੇ ਡਾਇਰੈਕਟਲੀ ਕਨੈਕਟਡ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ, ਜਿਹੜੇ ਉੱਥੇ ਮੌਕੇ ਤੇ ਮੌਜੂਦ ਸੀ। 3 ਬੰਦੇ ਇਹੋ ਜਿਹੇ ਉਹਨਾਂ ਦੇ ਨਾਲ ਅਰੈਸਟ ਕੀਤੇ ਗਏ ਨੇ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ, ਰੱਖਿਆ ਸੀ। ਉਹਨਾਂ ਨੂੰ ਪਤਾ ਸੀ ਕਿ ਵਾਰਦਾਤ ਕਰਕੇ ਆਏ ਵਾਂਟਡ ਨੇ ਪੁਲਿਸ ਵੱਲੋਂ, ਤਾਂ ਵੀ ਉਹਨਾਂ ਨੂੰ ਆਪਣੇ ਘਰ ਰੱਖਿਆ, ਉਹਨਾਂ ਨੂੰ ਪਨਾਹ ਦਿੱਤੀ ਤੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਗਿਆ। ਉਹਨਾਂ ਤੇ ਸੈਪਰੇਟ ਪਰਚੇ ਦਰਜ ਕੀਤੇ ਗਏ ਨੇ 212, 216 ਦੇ ਤੇ ਜਿਹੜੇ 4 ਅਕਿਊਜ਼ ਨੇ ਜਿਹੜੇ ਮਰਡਰ ਨਾਲ ਡਾਇਰੈਕਟਲੀ ਕਨੈਕਟਡ ਨੇ ਉਹਨਾਂ ਨੂੰ ਅਰੈਸਟ ਕਰਕੇ 2 32 ਬੋਰ ਦੇ ਪਿਸਟਲ 7 ਰਾਉਂਡ ਦੇ ਨਾਲ ਅਤੇ ਇੱਕ 315 ਬੋਰ ਦਾ ਦੇਸੀ ਕੱਟਾ ਜਿਸ ਦੇ ਨਾਲ 4 ਰਾਉਂਡ ਉਹ ਅਰੈਸਟ ਕੀਤੇ ਗਏ। ਸੋ ਇਹਨਾਂ ਦੀ ਪੁੱਛਗਿੱਛ ਜਿਹੜਾ ਹਜੇ ਤੱਕ ਆਇਆ ਹੈ, ਉਸ ਦਿਨ 2 ਗੁੱਟ ਦੀ ਆਪਸ 'ਚ ਕੋਈ ਲੜਾਈ ਹੋਈ ਸੀ ਜਿਹਨੂੰ ਬੇਸਿਕਲੀ ਸੁਲਝਾਉਣ ਵਾਸਤੇ ਪਿੰਦਾ ਉੱਥੇ ਗਿਆ ਸੀ। ਪਰ ਪਿੰਦੇ ਨਾਲ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ ਪਿਛਲੇ 3-4 ਮਹੀਨੇ ਤੋਂ, ਉਹਨੂੰ ਦੇਖ ਕੇ ਇਹ ਉਹਨਾਂ ਨਾਲ ਵੀ ਉਲਝ ਪਏ ਤੇ ਪਿੰਦੇ ਦੇ ਉੱਪਰ ਫਾਇਰ ਕੀਤਾ, ਜਿਹਦੇ ਚੋਂ ਇੱਕ ਫਾਇਰ ਉਹਦੀ ਬੈਕ ਸਾਈਡ ਦੇ ਸ਼ੋਲਡਰ ਤੇ, ਲੈਫਟ ਸ਼ੋਲਡਰ ਤੇ ਲੱਗਾ ਸੀ, ਜਿਹਦੇ ਕਰਕੇ ਉਹਦੀ ਡੈਥ ਹੋ ਗਈ। ਸੋ ਜਿਹੜੇ ਬਾਕੀ ਇਹਦੇ 'ਚ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀਆਂ ਟੀਮਸ ਕੰਟੀਨਿਊਸ ਰੇਡ ਕਰ ਰਹੀਆਂ ਤੇ ਜਲਦੀ ਉਹ ਵੀ ਅਰੈਸਟ ਕਰ ਦੇਣ। ਇਹ ਕੱਟਾ ਜਿਹੜੇ ਦੇਸੀ ਕਿੱਥੋਂ ਲਿਆਏ ਸੀ, ਕਿੱਥੋਂ ਪਤਾ ਨਹੀਂ? ਇਹ ਅਜੇ ਇਨਵੈਸਟੀਗੇਸ਼ਨ ਚਾਹੂਗਾ, ਅੱਜ ਇਹਨਾਂ ਨੂੰ ਪੇਸ਼ ਕਰਾਂਗੇ ਕੋਰਟ 'ਚ ਪੇਸ਼ ਕਰਕੇ ਉਸ ਤੋਂ ਬਾਅਦ ਇਹਦਾ ਸੋਰਸ ਐਸਟੈਬਲਿਸ਼ ਕੀਤਾ ਜਾਊਗਾ ਕਿ ਇਹ ਵੈਪਨ ਕਿੱਥੋਂ ਆਏ ਨੇ। ਜੇ ਤਾਂ ਡਾਇਰੈਕਟਲੀ ਲੈ ਕੇ ਆਏ ਹੋਣਗੇ ਬਾਹਰ ਤੋਂ, ਬਾਹਰਲਾ ਬੰਦਾ ਜਿਹੜਾ ਹੋਊਗਾ ਉਹਨੂੰ ਕੀਤਾ ਜਾਊਗਾ। ਜੇ ਕਿਸੇ ਦੇ ਥਰੂ ਵੈਪਨ ਆਏ ਹੋਣਗੇ, ਚਾਹੇ ਉਹ ਜੇਲ੍ਹ 'ਚ ਹੋਵੇ ਚਾਹੇ ਉਹ ਬਾਹਰ ਹੋਵੇ, ਉਹਨੂੰ ਅਕੋਰਡਿੰਗਲੀ ਨੋਮੀਨੇਟ ਕੀਤਾ। ਇਹਨਾਂ ਦੇ ਪਹਿਲੇ ਹੀ ਪਰਚੇ ਪਹਿਲਾਂ ਹੈਗੇ ਇਹਨਾਂ ਤੇ ਜਿਹੜੇ 3 ਬੰਦੇ ਅਰੈਸਟ ਕੀਤੇ ਗਏ ਨੇ ਪਨਾਹ ਵਾਲੇ, ਉਹਨਾਂ ਚੋਂ 2 ਤੇ ਪਰਚੇ ਦਰਜ ਨੇ ਤੇ ਜਿਹੜੇ ਇਹ 4 ਜਿਹੜੇ ਡਾਇਰੈਕਟਲੀ ਕਨੈਕਟਡ ਨੇ ਇਹਨਾਂ ਚੋਂ ਇੱਕ ਨਵੀਂ ਹੈਗਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈ 2020 ਦਾ ਥਾਣਾ ਪਸਿਆਣਾ। ਜਿਹੜੇ ਬਾਕੀ 3 ਅਰੈਸਟ ਹੋਏ ਨੇ ਇਹਦੇ ਵਿੱਚ ਉਹਨਾਂ ਤੇ ਕੋਈ ਵੀ ਪਰਚਾ ਪਹਿਲਾਂ ਦਰਜ ਨਹੀਂ। ਸਰ ਪੜਨ ਵਾਲੇ ਕਿੱਥੋਂ ਯੂਨੀਵਰਸਿਟੀ ਪੜ੍ਹਦੇ ਸੀ ਕਿਵੇਂ ਬਾਕੀ? ਯੂਨੀਵਰਸਿਟੀ 'ਚ ਪੜ੍ਹਦੇ ਵੀ ਸੀਗੇ, ਨੇੜੇ ਰਹਿੰਦੇ ਵੀ ਸੀਗੇ। ਸੋ ਇੱਕ ਜਿਵੇਂ BA ਕਰ ਚੁੱਕਾ ਹੈ, ਇੱਕ MA ਕਰ ਚੁੱਕਾ ਹੈ, ਇੱਕ ਨੇ +2 ਕੀਤੀ ਹੈ, ਇੱਕ 10ਵੀਂ ਪਾਸ ਹੈ। ਸੋ ਜਿਹੜੇ BA MA ਨੇ ਉਹ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ, ਬਟ ਇਸ ਵੇਲੇ ਉੱਥੇ ਨੇੜੇ ਤੇੜੇ ਰਹਿੰਦੇ ਸੀ। ਜਿਵੇਂ ਮੈਂ ਲਾਸਟ ਟਾਈਮ ਵੀ ਤੁਹਾਡੇ ਨਾਲ ਸਾਰਿਆਂ ਨਾਲ ਡਿਸਕਸ ਕੀਤਾ ਸੀ ਕਿ ਯੂਨੀਵਰਸਿਟੀ ਦੇ ਅਰਾਊਂਡ ਜਿਹੜੇ PGs ਨੇ ਉਹਨਾਂ ਤੇ ਅਸੀਂ ਸ਼ਾਰਟਲੀ ਰਿਸਟ੍ਰਿਕਸ਼ਨਸ ਲਾ ਰਹੇ ਹਾਂ। DC ਸਾਹਿਬ ਨਾਲ ਗੱਲ ਕਰਕੇ 144 ਦੇ ਆਰਡਰ ਪਾਸ ਹੋ ਰਹੇ, ਉਹਨਾਂ ਨੂੰ ਰਜਿਸਟਰ ਕੀਤਾ ਜਾਊਗਾ, ਉਹਨਾਂ ਤੇ ਕੰਡੀਸ਼ਨਸ ਲਾਈਆਂ ਜਾਣਗੀਆਂ ਤਾਂ ਕਿ ਜਿਹੜੇ ਵੀ ਇਹ ਬੰਦੇ ਬਾਹਰ ਲਿਆ ਕੇ ਉੱਥੇ ਰਹਿੰਦੇ ਇਹ ਦੁਬਾਰਾ ਰਿਪੀਟ ਨਾ ਹੋਵੇ। ਜਿਹੜਾ ਇਨਸੀਡੈਂਟ ਹੁਣ ਹੋਇਆ ਉਹਨੂੰ ਅਸੀਂ ਪੂਰਾ ਚੈੱਕ ਰੱਖੀਏ ਤਾਂ ਕਿ ਇਹੋ ਜਿਹਾ ਕੋਈ ਇਨਸੀਡੈਂਟ ਦੁਬਾਰਾ ਨਾ ਹੋਵੇ। ਲੱਗਦਾ ਨਹੀਂ ਪਰ ਲੇਟ ਹੋ ਕੇ ਤਾਂ ਹੋ ਸਕਦਾ ਸੀ ਨੈਕਸਟ ਡੇ ਜਾਂ ਸੇਮ ਡੇ ਉੱਥੇ ਮਤਲਬ ਚੈਕਿੰਗ ਕੀਤੀ ਜਾਣੀ ਚਾਹੀਦੀ PG ਵਾਲਾ ਇਸ ਤੋਂ ਜ਼ਿਆਦਾ ਵੱਡਾ ਮੈਟਰ ਹੈ ਜੀ। ਜਿਹੜੇ ਆ ਤੁਸੀਂ ਗੱਲ ਕਹੀ ਹੈ ਜੀ, ਮੈਂ ਬਿਲਕੁਲ ਅਗਰੀ ਕਰਦਾ ਉਹਦੇ ਨਾਲ। ਨੈਕਸਟ ਡੇ ਚੈਕਿੰਗ ਕੀਤੀ ਜਾਣੀ ਚਾਹੀਦੀ ਸੀ, ਪਰ ਉਹ ਅਸੀਂ ਲਾਰਜ ਸਕੇਲ ਚੈਕਿੰਗ ਉੱਥੇ ਨਹੀਂ ਕੀਤੀ। ਰਾਦਰ ਅਸੀਂ ਸਪੈਸ਼ਲ ਬ੍ਰਾਂਚ ਦੇ ਥਰੂ ਜਿਹੜੀ ਸਾਨੂੰ ਸ਼ੱਕੀ ਸੀਗੀ ਘਰ ਜਾਂ ਸ਼ੱਕੀ PG ਸੀ ਉਹਨਾਂ ਨੂੰ ਅਸੀਂ ਚੈੱਕ ਕਰਵਾਇਆ। ਸੋ ਉਹਨਾਂ 'ਚੋਂ ਅਸੀਂ ਸੈਗਰੀਗੇਟ ਕਰਕੇ, ਬਿਕੋਜ਼ ਸਾਡੀ ਪਹਿਲੀ ਇਸ ਵੇਲੇ ਪ੍ਰਾਇੋਰਿਟੀ ਸੀ ਕਿ ਜਿਹੜਾ ਮਰਡਰ ਹੋਇਆ ਉਹਨੂੰ ਟ੍ਰੇਸ ਕੀਤਾ ਜਾਵੇ, ਬੰਦੇ ਅਰੈਸਟ ਕੀਤੇ ਜਾਣ। ਪਰ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਿਹੜੇ PG ਸਾਨੂੰ ਲੱਗਦੇ ਸੀ ਕਿ ਉੱਥੇ ਹੋ ਸਕਦੇ ਆ ਬੰਦੇ ਜਾਂ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਕਿ ਇਹ ਕੁਝ PGs ਨੇ ਜਿੱਥੇ ਇਲੀਗਲ ਐਕਟੀਵਿਟੀਜ਼ ਹੋਈਆਂ ਜਾਂ ਇਨਫੋਰਮੇਸ਼ਨ ਹੈ, ਉੱਥੇ ਅਸੀਂ ਉਸ ਵੇਲੇ ਚੈੱਕ ਕਰਵਾ ਰਹੇ ਸੀ। ਸੋ ਇਹ ਰੂਟੀਨ 'ਚ ਚੈਕਿੰਗ ਚੱਲਦੀ ਰਹੂਗੀ, ਅੱਗੇ 1 ਟਾਈਮ ਚੈਕਿੰਗ ਨਹੀਂ ਹੋਏਗੀ, ਰੂਟੀਨ 'ਚ ਚੈਕਿੰਗ ਵੀ ਰਹੇਗੀ, ਉੱਥੇ ਪੁਲਿਸ ਦੀ ਪ੍ਰੈਜ਼ੈਂਸ ਵੀ ਰਹੇਗੀ। ਅਸੀਂ ਉੱਥੇ PCR ਦੀ ਵੀ ਸਟੇਸ਼ਨ ਕਰਨ ਲੱਗੇ ਹਾਂ ਐਂਡ ਵੀਲ ਇਨਸ਼ੋਰ ਕਿ ਉੱਥੇ ਲਾਅ ਐਂਡ ਆਰਡਰ ਮੇਨਟੇਨ ਰਹੇ, ਇਹੋ ਜਿਹਾ ਕੋਈ ਇਸ਼ੂ ਦੁਬਾਰਾ ਨਾ ਹੋਵੇ। ਯੂਨੀਵਰਸਿਟੀ ਦੇ ਬਾਹਰ ਵੀ ਰਾਤ ਨੂੰ ਡੇ ਟਾਈਮ ਤੇ ਵੀ ਜਿਹੜੇ ਸਟੂਡੈਂਟ ਘੁੰਮਦੇ ਰਹਿੰਦੇ ਨੇ, ਕਿ ਬਾਈ ਚਾਂਸ ਨਾਲ ਗੱਲਬਾਤ ਕਰਕੇ ਇਦਾਂ ਦਾ ਕੋਈ ਗੇਟ ਬੰਦ ਕਰਦਾ ਜਾਂ ਸਮਾਂ ਕੋਈ ਨਿਰਧਾਰਿਤ ਕੀਤਾ ਜਾਏ? ਨਹੀਂ, ਮੂਵਮੈਂਟ ਦਾ ਅਸੀਂ ਕਿਸੇ ਦੀ ਰਿਸਟ੍ਰਿਕਟ ਨਹੀਂ ਕਰਾਂਗੇ, ਬਿਕੋਜ਼ ਜੇ ਕੋਈ ਮੂਵ ਕਰਨਾ ਚਾਹੁੰਦਾ ਕਿਸੇ ਵੀ ਟਾਈਮ ਤੇ ਮੂਵ ਕਰ ਸਕਦਾ, ਉਹਦਾ ਰਾਈਟ ਹੈ। ਬਟ ਐਟ ਦ ਸੇਮ ਟਾਈਮ ਜਿਵੇਂ ਮੈਂ ਕਿਹਾ ਕਿ ਪੁਲਿਸ ਦੀ ਉੱਥੇ ਪ੍ਰੈਜ਼ੈਂਸ ਰਹੂਗੀ ਤਾਂ ਕਿ ਕੋਈ ਗਲਤ ਬੰਦਾ ਜਾਂ ਗਲਤ ਅਨਸਰ, ਮਾੜਾ ਅਨਸਰ ਉੱਥੇ ਨਾ ਹੋਵੇ। ਸਰ ਇਹ ਕਿੱਥੇ ਫੜੇ ਗਏ ਨੇ ਜਿਹਦੇ ਵੀ? ਇਹਨਾਂ ਦੀ ਅਰੈਸਟ ਪਟਿਆਲੇ 'ਚੋਂ ਹੀ ਪਾਈ ਗਈ। ਪਟਿਆਲੇ ਵਿੱਚ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ
ਸਾਰੇ ਕਿ ਜਿਹੜੇ ਮਹੱਲੇ ਦੇ ਅੰਦਰ ਪੀਜੀ ਬਣੇ ਹੋਏ ਜੀ, ਮਹੱਲੇ ਦੇ ਅੰਦਰ ਜਿਹੜੇ ਪੀਜੀ ਹੈ ਉਹਨਾਂ ਦੇ ਸਵੇਰੇ ਰਾਤੀ 1:30 ਵਜੇ ਤੱਕ ਜਿਹੜੇ ਸਟੂਡੈਂਟ ਆ ਉਹ ਬਾਹਰ ਫਿਰਦੇ ਰਹਿੰਦੇ ਆ, ਤੇ ਜੇ ਉਹਨਾਂ ਨੂੰ ਅਸੀਂ ਥੋੜਾ ਜਿਹਾ ਮੰਨਾ ਕਰਦੇ ਆ ਤੇ ਉਹ ਲੜਨ ਨੂੰ ਪੈਂਦੇ। ਮੈਂ ਉਹੀ ਕਹਿ ਜੀ ਕਿ ਜਿਹੜੇ ਵੀ ਪੀਜੀਸ ਨੇ ਨਾ ਉਹਨਾਂ ਤੇ ਰਿਸਟ੍ਰਿਕਸ਼ਨਸ ਲਾਈਆਂ ਜਾਣ। ਉਹ ਰਿਸਟ੍ਰਿਕਸ਼ਨਸ ਨੂੰ ਅਸੀਂ ਜਦੋਂ ਰਜਿਸਟਰ ਕਰਾਂਗੇ ਉਹ ਇਨਸ਼ੋਰ ਕਰਾਂਗੇ ਕਿ ਉਹ ਸਾਰੀਆਂ ਰਿਸਟ੍ਰਿਕਸ਼ਨਸ ਪਾਰਟ ਆਫ ਰਜਿਸਟ੍ਰੇਸ਼ਨ ਜੀ ਤੇ ਜੇ ਉਹ ਰਿਸਟ੍ਰਿਕਸ਼ਨਸ ਫੋਲੋ ਨਹੀਂ ਹੁੰਦੀਆਂ ਤੇ ਉਹ ਰਜਿਸਟ੍ਰੇਸ਼ਨ ਕੈਨਸਲ ਕੀਤੀ ਜਾਊਗੀ, ਉਹਨੂੰ ਬਲੈਕ ਲਿਸਟ ਕੀਤਾ ਜਾਏਗਾ ਤੇ ਜਿਹੜਾ ਬੰਦਾ ਉਹਦਾ ਓਨਰ ਹੋਏਗਾ ਉਹਦੇ ਤੇ ਵੀ ਲੀਗਲ ਐਕਸ਼ਨ ਲਿਆ ਜਾਏਗਾ। ਸਰ ਹਰਵਿੰਦਰ ਅਤੇ ਹਰਵੀਰ ਦੇ ਤੁਸੀਂ ਆਪਸੀ ਤਕਰਾਰ ਦੀ ਗੱਲ ਕੀਤੀ ਹੈ ਕਿ ਇਸ ਦੇ ਵਿੱਚ ਕੋਈ ਕਬੱਡੀ ਨਾਲ ਰਿਲੇਟਡ ਕੋਈ ਚੀਜ਼ ਦਿਖੀ? ਨਹੀਂ, ਕਬੱਡੀ ਨਾਲ ਕੋਈ ਵੀ ਇਹਦਾ ਰਿਲੇਸ਼ਨ ਨਹੀਂ ਹੈਗਾ, ਕੋਈ ਰਿਲੇਟਡ ਨਹੀਂ ਹੈਗਾ। ਕਬੱਡੀ ਕਰਕੇ ਕੋਈ ਵੀ ਇਹਦਾ ਅਸੀਂ ਰੰਜਿਸ਼ ਨਹੀਂ ਕਹਿ ਸਕਦੇ। ਆਪਸ 'ਚ ਪਹਿਲਾਂ ਦੋਸਤ ਸੀਗੇ, 3-4 ਮਹੀਨੇ ਪਹਿਲਾਂ ਇੱਕ ਛੋਟੀ ਜੀ ਗੱਲ ਤੋਂ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਸੀ। ਉਸ ਤੋਂ ਬਾਅਦ ਉਹ ਸਿਚੁਏਸ਼ਨ ਵਿਗੜਦੀ ਗਈ, ਹੋਰ ਵਿਗੜਦੀ ਗਈ। ਬਟ ਜੇ ਅਸੀਂ ਕਹੀਏ ਕਬੱਡੀ ਕਰਕੇ ਕੁਝ ਹੋਇਆ, ਉਹ ਨਹੀਂ ਹੈਗਾ। ਸਰ ਗੈਂਗ ਵਾਰ ਦਾ ਮਾਮਲਾ ਕੋਈ ਗੈਂਗ ਵਾਰ ਦਾ ਮੈਂ ਤੁਹਾਨੂੰ ਦੱਸ ਦਿੰਦਾ, ਇਹਨਾਂ ਦਾ ਕਿਸੇ ਵੀ ਗੈਂਗ ਨਾਲ ਐਸੋਸੀਏਸ਼ਨ ਨਹੀਂ, ਨਾ ਇਹ ਕਿਸੇ ਗੈਂਗ ਨਾਲ ਜੁੜੇ ਹੋਏ। ਇੱਕ ਪੋਸਟਰ ਜ਼ਰੂਰ ਸਰਕੂਲੇਟ ਹੋ ਰਿਹਾ ਹੈ ਤੇ ਵਾਇਰਲ ਹੋ ਰਿਹਾ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਫੋਟੋ ਲੱਗੀ ਹੋਈ ਹੈ ਤੇ ਨਾਲ ਇਹਦੀ ਵੀ ਫੋਟੋ ਲੱਗੀ ਹੋਈ ਹੈ। ਜਿਹੜੀ ਸੋ ਇਹਨਾਂ ਨੇ ਉਹ ਸਿਰਫ ਫੋਟੋ ਬਣਾ ਕੇ ਤੇ ਸਰਕੂਲੇਟ ਕੀਤੀ ਸੀ, ਬਟ ਕਿਸੇ ਵੀ ਗੈਂਗ ਨਾਲ ਐਸੋਸੀਏਟਡ ਨਹੀਂ ਹੈ। ਐਸਐਸਪੀ ਸਾਹਿਬ ਜਿਹੜੀ ਪਨਾਹ ਦੀ ਗੱਲ ਕੀਤੀ ਹੈ, ਪਨਾਹ ਕਿੱਥੇ ਦਿੱਤੀ ਇਹਨਾਂ ਨੇ? ਆਪਣੇ ਘਰ 'ਚ ਆਪਣੇ ਘਰ 'ਚ ਬਣਾ ਦਿੱਤੀ ਸੀ। ਸਰ ਲਾਸਟ ਲੋਕੇਸ਼ਨ ਜਿਹੜੇ ਮੁੱਖ ਦੋਸ਼ੀ ਇਹਨਾਂ ਦੇ ਲਾਸਟ ਲੋਕੇਸ਼ਨ ਕੀ ਹੈ, ਕਿੱਧਰਲੇ ਪਾਸੇ ਭੱਜੇ ਨੇ? ਜਿਹੜੀ ਲਾਸਟ ਲੋਕੇਸ਼ਨ ਹੈ ਉੱਥੇ ਅਸੀਂ ਜਾ ਕੇ ਫੜਾਂਗੇ, ਫਿਰ ਦੱਸਾਂਗੇ ਤੁਹਾਨੂੰ। ਇਹਨਾਂ ਨੇ ਪਨਾਹ ਜਿਹੜੀ ਲਾਸਟ ਲੋਕੇਸ਼ਨ ਪਨਾਹ ਦੀ ਕਿੱਥੇ? ਪਟਿਆਲਾ ਦੇਖੋ ਇਹ ਨਾ ਆਪਰੇਸ਼ਨਲ ਇਸ਼ੂਜ਼ ਹੁੰਦੇ ਆ, ਆਪਰੇਸ਼ਨਲ ਇਨਫੋਰਮੇਸ਼ਨ ਹੁੰਦੀ